ਤੇ ਉਸ ਤੋਂ ਬਾਅਦ ਸਾਨੂੰ ਸਪੈਸ਼ਲ ਚੁਣ ਕੇ 365 ਬੰਦਿਆਂ ਨੂੰ ਬਿਨਾਂ ਸਬੂਤ ਸਾਡੇ ਤੇ ਇਹ ਚਾਰਜ ਲਾ ਦਿੱਤਾ ਗਿਆ ਕਿ ਇਹ ਉਹ ਬੰਦੇ ਹੈ ਜਿਹੜੇ ਅੱਤਵਾਦੀ ਹੈ। ਜਦੋਂ ਸਾਨੂੰ ਨਿਰਦੋਸ਼ ਕਹਿ ਕੇ ਰਿਹਾ ਕਰ ਦਿੱਤਾ, ਉਸ ਤੋਂ ਬਾਅਦ ਵੀ ਸਾਨੂੰ BC ਬਣਾਇਆ ਗਿਆ। ਉਸ ਤੋਂ ਬਾਅਦ ਵੀ ਸਾਡੀਆਂ ਥਾਣਿਆਂ 'ਚ ਹਾਜ਼ਰੀਆਂ ਲੱਗਦੀਆਂ ਰਹੀਆਂ। ਸਾਡੇ ਨਾਲ ਇੰਨੀਆਂ ਕਿ ਜ਼ਿਆਦਤੀਆਂ ਹੋਈਆਂ ਕਿ ਅਸੀਂ ਇਸ ਦੇਸ਼ ਵਿੱਚ ਬੇਗਾਨੇ ਜਿਹੇ ਮਹਿਸੂਸ ਕਰਦੇ ਹਾਂ। ਸਾਰਿਆਂ ਨੂੰ ਸੇਕ ਲੱਗਿਆ, ਭਾਵੇਂ ਉਦੋਂ ਪੂਰੇ ਪੰਜਾਬ ਨੂੰ ਸੇਕ ਲੱਗਿਆ, ਪਰ ਅਸੀਂ ਤਾਂ ਭੱਠ 'ਚ ਝੁੱਕ ਗਏ ਸੀ ਉਸ ਵੇਲੇ। ਅਸੀਂ 1984 'ਚ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਤੋਂ ਜੋ ਘਿਰਾ ਪਿਆ, ਉਦੋਂ ਅਸੀਂ ਉੱਥੋਂ ਗ੍ਰਿਫਤਾਰ ਹੋਏ ਸੀ ਸਾਰੇ 365 ਸਿੰਘ। ਨਾਲ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਜਿਵੇਂ ਸ਼੍ਰੋਮਣੀ ਕਮੇਟੀ ਨੇ ਸੈਂਕੜਿਆਂ ਦੀ ਗਿਣਤੀ 'ਚ ਮਹਾਰਾਜ ਦੇ ਸਰੂਪ ਕਰਦੇ ਆ, ਉਹ ਖਬਰਾਂ ਕਿੱਥੇ ਗਏ ਆ। ਮੋਗਾ ਦੇ ਗੁਰਦੁਆਰਾ ਸਾਹਿਬ ਦੇਵਾ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋਧਪੁਰ ਦੇ ਕੈਦੀਆਂ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ਵਿੱਚ ਕਮੇਟੀ ਦੇ ਪ੍ਰਧਾਨ ਭਾਈ ਮੱਗਰ ਸਿੰਘ ਅਤੇ ਸੰਤ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਜੋਧਪੁਰ ਦੇ 365 ਕੈਦੀ ਹਨ ਜੋ ਕਿ 4.5 ਸਾਲ ਜੇਲ੍ਹ ਕੱਟ ਕੇ ਆਏ ਹਨ ਅਤੇ ਮਾਣਯੋਗ ਅਦਾਲਤ ਵੱਲੋਂ ਵੀ ਉਹਨਾਂ ਨੂੰ ਬੇਕਸੂਰ ਐਲਾਨਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਆਖੀ ਗਈ ਸੀ, ਜਿਸ ਵਿੱਚੋਂ ਸਿਰਫ 40 ਦੇ ਕਰੀਬ ਲੋਕਾਂ ਨੂੰ ਹੀ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਹਲੇ ਵੀ 325 ਲੋਕਾਂ ਨੂੰ ਮੁਆਵਜ਼ਾ ਮਿਲਣਾ ਹਲੇ ਬਾਕੀ ਹੈ। ਇਸ ਮੌਕੇ ਮੋਗਾ ਦੇ MLA ਹਰਜੋਤ ਕਮਲ ਨੂੰ ਕਮੇਟੀ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ। MLA ਹਰਜੋਤ ਕਮਲ ਦਾ ਕਹਿਣਾ ਹੈ ਕਿ ਇਹ ਮੰਗ ਪੱਤਰ ਉਹ ਜਲਦੀ ਹੀ ਕੈਪਟਨ ਸਾਹਿਬ ਨੂੰ ਭੇਜ ਦੇਣਗੇ ਅਤੇ ਆਪ ਪੈਰਵੀ ਕਰਕੇ ਜਲਦੀ ਹੀ ਇਹਨਾਂ ਦਾ ਹੱਕ ਦਿਵਾਇਆ ਜਾਵੇਗਾ। ਬਾਬਾ ਜਿਹੜੀ ਅੱਜ ਬੰਦੀ ਸਿੰਘ ਜਿਹੜੇ ਜੋਧਪੁਰ ਦੇ ਕੈਦੀ ਸੀਗੇ ਸਿੰਘ, ਇਹਨਾਂ ਦੀ ਅੱਜ ਤੁਸੀਂ ਇਕੱਤਰਤਾ ਕੀਤੀ ਹੈ, ਇਸ ਸੰਬੰਧ ਵਿੱਚ ਦਿਓ ਜੀ ਜਾਣਕਾਰੀ ਕੀ ਅੱਜ ਫੈਸਲਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸਾਡੀ ਇਕੱਤਰਤਾ ਹੈ, ਇਹ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਸਾਨੂੰ ਬਿਨਾਂ ਕਿਸੇ ਦੱਸਿਆ, ਨਾ ਕੋਈ ਸਾਨੂੰ ਸੂਚਨਾ ਦਿੱਤੀ ਕਿ ਦਰਬਾਰ ਸਾਹਿਬ 'ਤੇ ਕੀ ਹੋਣ ਵਾਲਾ, ਅਸੀਂ ਉਹ ਲੋਕ ਜਿਹੜੇ ਉੱਥੇ ਜਾ ਕੇ ਸ਼ਰਧਾਲੂ ਤੌਰ 'ਤੇ, ਕੋਈ ਕਥਾਵਾਚਕ, ਕੋਈ ਗਿਆਨੀ, ਉਹ ਸਾਰੇ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਦੇ ਨਾਲ ਬਹੁਤ ਵੱਡੀਆਂ ਜ਼ਿਆਦਤੀਆਂ ਹੋਈਆਂ। ਬਿਨਾਂ ਕਿਸੇ ਸਬੂਤ ਤੋਂ ਉਹ ਤਸ਼ੱਦਦ ਹੋਏ, ਜੋ ਲੱਡਾ ਕੋਠੀ ਔਰ ਇੰਨੇ ਤਸੀਹਾ ਕੇਂਦਰ ਬਣਾਏ ਗਏ ਤੇ ਉਹਨਾਂ ਤਸੀਹਾ ਕੇਂਦਰਾਂ ਦੇ ਵਿੱਚ ਅਣਮਨੁੱਖੀ ਤਸ਼ੱਦਦ ਹੋਇਆ। ਸਾਡੇ ਜਿਹੜੇ ਸਾਰੇ ਬੈਠੇ, ਮੈਂ ਬਾਅਦ 'ਚ ਨਾਂ ਦਿੰਦਾ ਸਾਰਿਆਂ ਦੇ। ਤੇ ਉਸ ਤੋਂ ਬਾਅਦ ਸਾਨੂੰ ਸਪੈਸ਼ਲ ਚੁਣ ਕੇ 365 ਬੰਦਿਆਂ ਨੂੰ ਬਿਨਾਂ ਸਬੂਤ ਸਾਡੇ ਤੇ ਇਹ ਚਾਰਜ ਲਾ ਦਿੱਤਾ ਗਿਆ ਕਿ ਇਹ ਉਹ ਬੰਦੇ ਹੈ ਜਿਹੜੇ ਅੱਤਵਾਦੀ ਹੈ, ਜਦੋਂ ਕਿ ਇਹ ਸਾਰੇ ਬੰਦੇ ਆਪਣੀ ਕਿਰਤ ਕਮਾਈ ਕਰਨ ਵਾਲੇ, ਗੁਰੂ ਤੇ ਨਿਸ਼ਚਾ ਰੱਖਣ ਵਾਲੇ ਸਨ। ਉਹਨਾਂ ਕੋਲ ਇੱਕ ਵੀ ਇੰਨਾ ਸਬੂਤ ਨਹੀਂ ਸੀ ਕਿ ਇਹ ਬੰਦੇ ਕੋਲੋਂ ਕੋਈ ਇੰਨਾ ਵੀ ਕੋਈ ਰੌਂਦ ਫੜਿਆ ਗਿਆ ਹੋਵੇ ਜਾਂ ਕਿਸੇ ਕੋਲ ਕੋਈ ਅਸਲਾ ਫੜਿਆ ਗਿਆ ਹੋਵੇ। ਇੰਨੇ ਹੋਣ ਦੇ ਬਾਵਜੂਦ ਵੀ ਸਾਨੂੰ ਮਤਲਬ ਇਕੱਲੇ ਤਸ਼ੱਦਦ 'ਤੇ ਨਹੀਂ ਸਰਿਆ ਤੇ ਸਾਨੂੰ ਫਿਰ ਜੋਧਪੁਰ ਦੀ ਬੜੀ ਜਿਹਨੂੰ ਕਾਲਾ ਪਾਣੀ ਕਹਿੰਦੇ ਆਪਾਂ, ਉਹ ਅੱਜ ਦਾ ਕਾਲਾ ਪਾਣੀ ਜੋਧਪੁਰ ਸਾਨੂੰ ਪਹੁੰਚਾਇਆ ਗਿਆ ਤੇ ਉੱਥੇ ਵੀ ਸਾਡੇ ਨਾਲ ਬਹੁਤ ਵੱਡੀਆਂ ਜ਼ਿਆਦਤੀਆਂ ਕਰੀਆਂ ਗਈਆਂ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਨਾਲ ਇੰਨੀ ਜ਼ਿਆਦਤੀ ਹੋਣ ਦੇ ਬਾਵਜੂਦ ਖੁਦ ਸਰਕਾਰ ਨੇ ਇਹ ਕਹਿ ਦਿੱਤਾ ਕਿ ਇਹ ਬੰਦਿਆਂ 'ਤੇ ਕੋਈ ਕੇਸ ਨਹੀਂ ਬਣਦਾ, ਇਹ ਨਿਰਦੋਸ਼ ਨੇ। ਜਦੋਂ ਸਾਨੂੰ ਨਿਰਦੋਸ਼ ਕਹਿ ਕੇ ਰਿਹਾ ਕਰ ਦਿੱਤਾ, ਉਸ ਤੋਂ ਬਾਅਦ ਵੀ ਸਾਨੂੰ BC ਬਣਾਇਆ ਗਿਆ। ਉਸ ਤੋਂ ਬਾਅਦ ਵੀ ਸਾਡੀਆਂ ਥਾਣਿਆਂ 'ਚ ਹਾਜ਼ਰੀਆਂ ਲੱਗਦੀਆਂ ਰਹੀਆਂ। ਸਾਡੇ ਨਾਲ ਇੰਨੀਆਂ ਕਿ ਜ਼ਿਆਦਤੀਆਂ ਹੋਈਆਂ ਕਿ ਅਸੀਂ ਇਸ ਦੇਸ਼ ਵਿੱਚ ਬੇਗਾਨੇ ਜਿਹੇ ਮਹਿਸੂਸ ਕਰਦੇ ਹਾਂ। ਹੁਣ ਜਿਹੜਾ ਸਰਕਾਰ 'ਤੇ ਕੇਸ ਕਰਿਆ, ਉਹ ਕੇਸ ਅਸੀਂ ਜਿੱਤ ਗਏ ਤੇ ਫਿਰ ਵੀ ਸਾਨੂੰ ਉਹ ਜਿਹੜਾ ਸਾਡਾ ਇੰਨਾ ਕੀਮਤੀ ਟਾਈਮ, ਸਾਰੇ ਉਦੋਂ ਮੁੰਡੇ ਮੁੱਛ ਪੁੱਟ ਤੇ ਛੋਟੀ ਉਮਰ ਦੇ ਮੁੰਡੇ ਸਾਰੇ ਸੀਗੇ ਜਿਹੜੇ ਉੱਥੋਂ ਬੁੱਢੇ ਹੋ ਕੇ ਨਿਕਲੇ ਤੇ ਸਰੀਰ ਬੇਕਾਰ ਹੋ ਗਏ, ਕੋਈ ਘਰ ਦੇ ਕਾਰੋਬਾਰ ਕਰਨ ਜੋਗੇ ਨਾ ਰਹੇ। ਤੇ ਜਿਹੜਾ ਕੇਸ ਉਹ ਸਰਕਾਰ ਹਾਰ ਵੀ ਗਈ, ਉਹਦੇ ਵਿੱਚ ਵੀ ਸਾਨੂੰ ਅਜੇ ਇਨਸਾਫ ਨਹੀਂ ਮਿਲ ਰਿਹਾ। ਅਸੀਂ ਤਾਂ ਇਕੱਤਰਤਾ ਕਰ ਰਹੇ ਹਾਂ ਕਿ ਸਾਨੂੰ ਕਿਤੇ ਤਾਂ ਇਨਸਾਫ ਦਿਓ। ਤੁਸੀਂ ਬਿਨਾਂ ਦੱਸਿਆ ਕਿਸੇ ਨੂੰ ਵਾਰਨਿੰਗ ਨਹੀਂ ਦਿੱਤੀ ਕਿ ਬਾਹਰ ਨਿਕਲ ਜਾਓ, ਇੱਥੇ ਕੀ ਹੋਣ ਵਾਲਾ। ਫਿਰ ਸਰਕਾਰ ਥੋੜ੍ਹੀ ਜਿਹੀ ਅਸੀਂ ਇਮਾਨਦਾਰ ਸਮਝਦੇ, ਉਹ ਵੀ ਨਾ ਹੋਇਆ। ਫਿਰ ਸਾਡੇ 'ਤੇ ਤਸ਼ੱਦਦ ਹੋਏ,
ਸਾਨੂੰ ਜੇਲ੍ਹਾਂ 'ਚ ਰੱਖਿਆ। ਤੇ ਅੱਜ ਸਾਡੇ ਕੁਝ ਵੀਰਾਂ ਨੂੰ ਜਦੋਂ ਉਹ ਰਾਸ਼ੀ ਮਿਲ ਗਈ ਆ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਰਕਾਰ ਇਹ ਦੋਹਰਾ ਮਾਪਦੰਡ ਨਾ ਕਰੇ। ਸਾਡੇ ਤੇ ਵੀ ਉਹਨੇ ਤਸ਼ੱਦਦ ਹੋਏ ਆ, ਸਾਰਾ ਕੁਝ ਸਾਡੇ ਤੇ ਵੀ ਜ਼ੁਲਮ ਹੋਇਆ, ਤੇ ਸਰਕਾਰ ਸਾਨੂੰ ਸਾਰਿਆਂ ਨੂੰ ਉਹ ਰਾਸ਼ੀ ਦੇਵੇ। ਹੁਣ ਤੱਕ ਅਸੀਂ ਕੈਪਟਨ ਸਾਹਿਬ ਨੂੰ ਵੀ ਮਿਲੇ ਆ, ਬਾਦਲ ਸਾਹਿਬ ਨੂੰ ਵੀ ਮਿਲੇ ਆ, ਹੋਰ ਵੀ ਥੱਲੇ ਵਾਲੇ ਜਿਹੜੇ ਹੈਗੇ ਜ਼ਿੰਮੇਵਾਰ ਉਹਨਾਂ ਨੂੰ ਵੀ ਮਿਲੇ ਆ, ਪਰ ਸਾਨੂੰ ਸਿਵਾਏ ਗੱਲਾਂ ਦੇ ਕੜਾਹ ਤੋਂ ਕੁਝ ਨਹੀਂ ਮਿਲਿਆ। ਸਾਨੂੰ ਕਿਸੇ ਨੇ ਭਰੋਸਾ ਦਿਵਾਉਣ ਤੋਂ ਬਿਨਾਂ ਹੋਰ ਕੱਖ ਨਹੀਂ ਕਰਿਆ ਬਈ ਬਸ ਹੋ ਗਿਆ ਜੀ, ਕਰ ਦਿਆਂਗੇ ਜੀ, ਅਗਲੇ ਮਹੀਨੇ ਜੀ, ਪਿਛਲੇ ਮਹੀਨੇ ਜੀ। ਇਹਨਾਂ ਚੀਜ਼ਾਂ ਨੂੰ ਵੀ ਦੇਖੋ 35 ਸਾਲ ਹੁਣ ਸਾਡਾ ਇਹ ਹੋ ਗਿਆ ਸਮਾਂ ਉਡੀਕਦਿਆਂ ਨੂੰ, ਤੇ ਸਾਨੂੰ ਆਮ ਸਿਆਣੇ ਕਹਿੰਦੇ ਆ ਵੀ ਜਿਹੜਾ ਦੇਰ ਬਾਅਦ ਇਨਸਾਫ ਮਿਲਦਾ ਉਹ ਇਨਸਾਫ ਵਰਗਾ ਹੀ ਨਹੀਂ ਹੁੰਦਾ। ਤੇ ਜਿਹੜੇ ਅਸੀਂ ਹੁਣ 4 ਜਾਂ 10 ਜਾਂ ਗੁਰੂ ਸਾਹਿਬ ਦੀ ਕਿੰਨੀ ਕੁ ਹੁਕਮਨਾਮਾ 4 ਸਾਲ 50 ਜਿਹੜੇ ਕੱਟਣੇ ਆ, ਇਹ ਸਾਨੂੰ ਹੁਣ ਤਾਂ ਦੇ ਦੇਣ। ਅਸੀਂ ਮਤਲਬ ਸਾਰੇ ਲੋਕ ਉਹ ਖੁਰਾਕ ਤੋਂ ਕੁੱਟ ਤੋਂ ਸਾਰੇ ਅੰਦਰੋਂ ਥੋਥੇ ਹੋ ਗਏ, ਤੇ ਉਹ ਲੋਕ ਹੁਣ ਬੁੱਢੇ ਹੋਣੇ ਸ਼ੁਰੂ ਹੋ ਗਏ ਆ। ਤੇ ਹੁਣ ਅਸੀਂ ਸਰਕਾਰ ਨੂੰ ਜਿੱਥੇ ਅਪੀਲ ਕਰਦੇ ਆ ਉੱਥੇ ਅਸੀਂ ਥੋੜ੍ਹਾ ਜਿਹਾ ਇਹ ਸ਼ਬਦ ਕਹਿਣ ਤੋਂ ਗੁਰੇਜ਼ ਵੀ ਨਹੀਂ ਕਰਦੇ ਕਿ ਸਾਨੂੰ ਮਰਿਆਂ ਬਾਅਦ ਤੁਸੀਂ ਕੀ ਕਰਨਾ, ਸਾਡੇ ਜਿਉਂਦਿਆਂ ਜਿਉਂਦਿਆਂ ਦਿਓ। ਤੇ ਜਦੋਂ ਉਹ ਸਾਡੀ ਸੁਣਦੇ ਨਹੀਂ ਤੇ ਫਿਰ ਅੱਜ ਅਸੀਂ ਇੱਥੇ ਇਕੱਤਰ ਕਰਕੇ ਜਿਹੜੇ ਇਹ ਬਹੁਤ ਨਾਮੀ ਬੰਦੇ ਐ, ਸਾਰਿਆਂ ਨੂੰ ਸੇਕ ਲੱਗਿਆ, ਭਾਵੇਂ ਉਦੋਂ ਪੂਰੇ ਪੰਜਾਬ ਨੂੰ ਸੇਕ ਲੱਗਿਆ, ਪਰ ਅਸੀਂ ਤਾਂ ਭੱਠ 'ਚ ਚੁੱਕ ਗਏ ਸੀ ਉਸ ਵੇਲੇ। ਸਾਨੂੰ ਤਾਂ ਫੜਿਆ ਹੀ ਉਹਨਾਂ ਲੋਕਾਂ ਨੇ ਜਿਹੜੇ ਲੋਕ ਸਾਨੂੰ ਅੱਤ ਦੀ ਨਫ਼ਰਤ ਕਰਦੇ ਸੀ, ਸਾਨੂੰ ਦੁਸ਼ਮਣ ਸਮਝਦੇ ਸੀ, ਤੇ ਸਾਡੇ ਨਾਲ ਉਹਨਾਂ ਨੇ ਕੀ ਵਿਹਾਰ ਕਰਿਆ ਹੋਊ ਅਸੀਂ ਬੋਲ ਕੇ ਨਹੀਂ ਦੱਸ ਸਕਦੇ। ਅੱਜ ਮੀਡੀਆ 'ਤੇ ਤੁਹਾਡੇ ਸਾਹਮਣੇ ਜਿੰਨੇ ਕੈਟ ਨੇ ਉਹ ਇਕਬਾਲ ਕਰ ਰਹੇ ਨੇ ਵੀ ਕਿਵੇਂ ਕਿਵੇਂ ਤਸ਼ੱਦਦ ਹੁੰਦੇ ਸੀ। ਪਰ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ, ਸਾਡੇ ਵੇਲੇ ਸਾਡੀ ਕੋਈ ਬਾਂਹ ਫੜਨ ਵਾਲਾ ਵੀ ਕੋਈ ਨਹੀਂ ਸੀ, ਸਾਰੇ ਲੀਡਰ ਛੱਡ ਗਏ ਸੀ। ਸਾਡੇ ਵੇਲੇ ਤਾਂ ਸਾਡੀ ਕੋਈ ਬਾਂਹ ਫੜਨ ਵਾਲਾ ਵੀ ਨਹੀਂ ਸੀ ਕੋਈ। ਤੇ ਸਾਨੂੰ ਤੁਸੀਂ ਇਹ ਕੇਂਦਰਾਂ 'ਚ ਅਗਲੇ ਕੀ ਕਰਦੇ ਹੋਣਗੇ ਸੋਚ ਕੇ ਦੇਖੋ। ਜਿਹੜੀਆਂ ਗੱਲਾਂ ਅੱਜ ਬਾਹਰ ਆ ਰਹੀਆਂ ਉਹ ਸਾਰਿਆਂ ਨਾਲ ਸਰੀਰ ਨਾਲ ਪਹਿਲਾਂ ਵਾਪਰੀਆਂ, ਉਦੋਂ ਵੱਧ ਵਾਪਰੀਆਂ। ਤੇ ਫਿਰ ਸਾਨੂੰ ਲੰਮਾ ਸਮਾਂ ਕੋਈ ਖੁਰਾਕ ਨਹੀਂ, ਕੁੱਟ ਤੋਂ ਬਾਅਦ ਕੋਈ ਸਾਡੀ ਸੰਭਾਲ ਨਹੀਂ, ਕੋਈ ਦਵਾਈ ਨਹੀਂ। ਤੇ ਉਹ ਬੰਦੇ ਅੱਜ ਤੁਹਾਨੂੰ ਕਹਿ ਰਹੇ ਆ ਵੀ ਤੁਸੀਂ ਸਾਡੇ ਜ਼ਖਮਾਂ 'ਤੇ ਹੁਣ ਤਾਂ ਫੰਬਾ ਰੱਖ ਦਿਓ, ਤੇ ਉਹ ਰੱਖ ਨਹੀਂ ਰਹੇ। ਅਸੀਂ ਇਸ ਵਾਸਤੇ ਅੱਜ ਪੂਰੇ ਜੋਧਪੁਰ ਵਾਲੇ ਜਿਹੜੇ ਸਾਰੇ ਇਸ ਚੀਜ਼ ਦੇ ਪੀੜਤ ਨੇ, ਸਰਕਾਰਾਂ ਨੇ ਭਰੋਸੇ ਦਵਾਏ ਕਿ ਤੁਹਾਨੂੰ ਮੁੜ ਵਸੇਬਾ ਜੋਧਪੁਰ ਵਾਲੇ ਸਾਰਿਆਂ ਨੂੰ ਅਸੀਂ ਸਹੂਲਤਾਂ ਦੇਵਾਂਗੇ, ਮੁੜ ਵਸਾਵਾਂਗੇ, ਪੈਰ ਸਿਰ ਕਰਾਂਗੇ। ਪਰ ਅਸੀਂ ਕਹਿੰਦੇ ਹਾਂ ਸਾਡੇ ਨਾਲ ਪਤਾ ਨਹੀਂ ਬਤੌਰ ਸਿੱਖ ਕਿਉਂ ਇਹ ਸਰਕਾਰਾਂ ਐਵੇਂ ਜ਼ੁਲਮ ਕਰ ਰਹੀਆਂ ਨੇ। ਅਸੀਂ ਬਤੌਰ ਸਿੱਖ ਮਹਿਸੂਸ ਕਰਨ ਲੱਗ ਪਏ ਹਾਂ ਕਿ ਇਸ ਦੇਸ਼ ਵਿੱਚ ਸਾਨੂੰ ਕਦੋਂ ਇਨਸਾਫ ਮਿਲੂਗਾ। ਸਾਨੂੰ ਛੋਟੀ ਜਿਹੀ ਗੱਲ ਦੇ ਇਨਸਾਫ ਵਾਸਤੇ ਮੋਰਚੇ ਲਾਉਣੇ ਪੈਂਦੇ, ਸ਼ਹੀਦੀਆਂ ਕਰਾਉਣੀਆਂ ਪੈਂਦੀਆਂ। ਸਾਨੂੰ ਆਪਦੇ ਬਣਦੇ ਹੱਕ ਲੈਣ ਵਾਸਤੇ ਵੀ ਦਹਾਈਆਂ ਪਾਉਣੀਆਂ ਪੈਂਦੀਆਂ। ਸਾਨੂੰ ਉਹਨਾਂ ਦੇ ਬਾਰ ਜਾ ਕੇ ਉਹਨਾਂ ਦੇ ਦਰਵਾਜ਼ਿਆਂ ਅੱਗੇ ਕਹਿਣਾ ਪੈਂਦਾ ਵੀ ਸਾਡਾ ਹੱਕ ਦਿਓ ਸਾਨੂੰ, ਅਸੀਂ ਤੁਹਾਥੋਂ ਭੀਖ ਨਹੀਂ ਮੰਗਦੇ, ਤੁਹਾਥੋਂ ਗਲਤੀ ਹੋਈ ਹੈ, ਸਾਨੂੰ ਤੁਸੀਂ ਕੁੱਟ ਮਾਰ ਕੇ ਬਿਨਾਂ ਨਜਾਇਜ਼ ਜੇਲ੍ਹਾਂ 'ਚ ਸਾਨੂੰ ਤਾੜਿਆ, ਇਹ ਗਲਤੀ ਤੁਹਾਡੀ ਹੈ, ਸਾਡੀ ਨਹੀਂ ਹੈ। ਤੇ ਤੁਸੀਂ ਆਪਦੀ ਗਲਤੀ 'ਤੇ ਵੀ ਨਹੀਂ ਸੋਚ ਰਹੇ। ਇਸ ਲਈ ਅਸੀਂ ਅੱਜ ਇਕੱਤਰ ਹੋਏ ਹਾਂ। ਤੇ ਉਸ ਇਕੱਤਰਤਾ ਵਿੱਚ ਇੱਕ ਅਸੀਂ ਨਵੀਂ ਜਿਹੜੀ ਗੱਲ, ਨਵੀਂ ਨਹੀਂ ਬਹੁਤ ਯੋਗ ਹੈ ਕਿ ਸਾਡੇ ਲੀਡਰਾਂ ਨੇ ਵੀ ਸਾਡੀ ਕੋਈ ਬਾਂਹ ਨਹੀਂ ਫੜੀ। ਸਾਡੇ ਵਿੱਚੋਂ ਜਿਹੜੇ ਕਾਮਯਾਬ ਹੋਏ ਨੇ ਲੀਡਰ ਉਹਨਾਂ ਨੇ ਵੀ ਨਹੀਂ ਫੜੀ, ਕਹਿਣ ਵਿੱਚ ਕੋਈ ਗਰੇਜ਼ ਨਹੀਂ ਹੈ, ਉਹਨਾਂ ਨੇ ਵੀ ਨਹੀਂ ਫੜੀ। ਅੱਜ ਅਸੀਂ ਮਹਿਸੂਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸਾਡਾ ਹੋਰ ਕੋਈ ਬਾਲੀ ਵਾਰਸ ਨਹੀਂ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਅੱਜ ਤੇਰਾ ਓਟ ਆਸਰਾ ਲੈ ਕੇ ਹੁਣ ਅਸੀਂ ਆਪਣੇ ਹੱਕਾਂ ਲਈ ਤੁਰਨ ਲੱਗੇ ਹਾਂ। ਉਹ ਅਸੀਂ ਅੱਜ ਜਿਹੜਾ ਸ਼੍ਰੀ ਮੁਖਵਾਕ ਕਮੇਟੀ ਜਿਹੜੀ ਬਣਾਉਣ ਲੱਗੇ ਹਾਂ, ਪਹਿਲਾਂ ਅਸੀਂ ਸਾਰੇ ਜੋਧਪੁਰ ਵਾਲਿਆਂ ਨੂੰ ਇਕੱਠੇ ਕਰਕੇ ਇਹ ਸਮਝਾਇਆ, ਭਰੋਸਾ ਲਿਆ ਇਹਨਾਂ ਤੋਂ ਕਿ ਆਪਾਂ ਅੱਜ ਤੋਂ ਬਾਅਦ ਜੇ ਅਗਵਾਈ ਲੈਣੀ ਹੈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਲੈਣੀ ਹੈ, ਆਪਣੇ ਹੱਕਾਂ ਲਈ ਆਪਾਂ ਆਪ ਸੰਘਰਸ਼ ਕਰਨਾ। ਹੁਣ ਕਿਸੇ 'ਤੇ ਬਹੁਤਾ ਭਰੋਸਾ ਨਾ ਰੱਖੋ। ਪਹਿਲਾ ਸਾਡਾ ਕਦਮ ਇਹ ਹੈ ਕਿ ਅਸੀਂ ਹੁਣ ਇਹ ਜਿਹੜਾ ਕਮੇਟੀ ਬਣਾਈ ਹੈ, ਇਸ ਕਮੇਟੀ ਵੱਲੋਂ ਅਸੀਂ ਹਰ ਇੱਕ ਉਸ ਬੰਦੇ ਤੱਕ ਅਪਰੋਚ ਕਰਾਂਗੇ ਜਿਹੜਾ ਸਾਡੀ ਮਦਦ ਕਰ ਸਕਦਾ। ਅਸੀਂ ਉਹ ਹਰ ਤਰੀਕਾ ਅਪਣਾਵਾਂਗੇ ਜਿਹੜੇ ਤਰੀਕੇ ਨਾਲ ਸਾਨੂੰ ਹੱਕ ਮਿਲ ਸਕਦੇ ਆ। ਇਸ ਲਈ ਅੱਜ ਦੀ ਇਹ ਮੀਟਿੰਗ ਜਿਹੜੀ ਸੀ ਇਹ ਬੜੀ ਸਫਲਤਾਪੂਰਵਕ ਹੋਈ ਹੈ। ਜਿੰਨੇ ਕੁ ਨੌਜਵਾਨ ਜਿੰਨੇ ਵੀ ਜੋਧਪੁਰੀ ਇੱਥੇ ਆਏ ਹੈ ਉਹ ਸਾਰੇ ਬਹੁਤ ਗੰਭੀਰ ਨੇ ਔਰ ਬਹੁਤ ਹੀ ਉਹ ਚੇਤੰਨ ਨੇ ਆਪਣੇ ਹੱਕਾਂ ਲਈ। ਉਹਨਾਂ ਨੂੰ ਪਤਾ ਕਿ ਕੀ ਕਰਨਾ ਹੈ।
ਪਰ ਹੁਣ ਤੱਕ ਅਸੀਂ ਸੋਚਦੇ ਰਹੇ ਸੀ ਕਿ ਇਹ ਤਾਂ ਬਣ ਹੀ ਜਾਣਾ, ਕਿਉਂਕਿ ਇਹ ਤਾਂ ਸਰਕਾਰ ਨੇ ਗਲਤੀ ਕਰੀ ਹੈ। ਸਰਕਾਰ ਨੇ ਖੁਦ ਮੰਨਿਆ ਵੀ ਹਾਂ ਪੈਸੇ ਦੇਣੇ ਤੇ ਦੇ ਦਿੱਤੇ ਸਾਡੇ 'ਚ 40 ਬੰਦਿਆਂ ਨੂੰ। ਤਾਂ ਇਸ ਵਾਸਤੇ ਅਸੀਂ ਹਲੇ ਠਰਮੇ ਨਾਲ ਸੋਚ ਰਹੇ ਸੀ, ਬੜੇ ਸਾਲ ਲੰਘਾਤੇ ਆ। ਹੁਣ ਥੋੜ੍ਹਾ ਜਿਹਾ ਅਸੀਂ ਸੋਚਣ ਲਈ ਮਜਬੂਰ ਹੋ ਗਏ ਹਾਂ ਕਿ ਤਾਂ ਮੀਟਿੰਗ ਰੱਖੀ ਗਈ। ਕਿ ਬਾਬਾ ਜੀ ਜਿਵੇਂ ਹੁਣ ਕੋਈ ਸਰਕਾਰ ਨੇ ਤੁਹਾਡੀ ਨਹੀਂ ਸੁਣਵਾਈ ਕੀਤੀ, ਫਿਰ ਕੋਈ ਤੁਸੀਂ ਇਹਦੇ ਵਾਸਤੇ ਕੋਈ ਠੋਸ ਕਦਮ ਵੀ ਚੁੱਕੋਗੇ? ਅਸੀਂ ਠੋਸ ਕਦਮ ਇਹ ਚੁੱਕਾਂਗੇ ਕਿ ਸਭ ਤੋਂ ਪਹਿਲਾਂ ਅਸੀਂ ਜਦੋਂ ਦੂਜੀ ਇਕੱਤਰਤਾ ਕਰੀ, ਜਦੋਂ ਨਾ ਸਰਕਾਰ ਨੇ ਸੁਣੀ, ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇੱਕ ਹੁਕਮ ਲਵਾਂਗੇ। ਜੋ ਵੀ ਸਾਨੂੰ ਉਸ ਹੁਕਮ ਦੇ ਵਿੱਚ ਸਾਨੂੰ ਆਸ਼ੀਰਵਾਦ ਗੁਰੂ ਨੇ ਦਿੱਤੀ, ਅਸੀਂ ਉਹ ਕੰਮ ਹਰ ਹਾਲਤ ਵਿੱਚ ਕਰਾਂਗੇ, ਚਾਹੇ ਸਾਡੇ ਤੇ ਹੋਰ ਮੁਕੱਦਮੇ ਬਣਨ, ਸਾਡੇ ਤੇ ਹੋਰ ਕੁੱਟ ਪਵੇ, ਤੇ ਚਾਹੇ ਸਾਨੂੰ ਕੋਈ ਬੁਰਾ ਕਹੇ ਚਾਹੇ ਭਲਾ ਕਵੇ। ਹੁਣ ਅਸੀਂ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਲੈ ਲਈ ਹੈ। ਪਹਿਲਾਂ ਵੀ ਸਿੱਖ ਨੂੰ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਹੈ, ਪਰ ਕਿਸੇ ਵਿਸ਼ੇਸ਼ ਕੰਮ ਲਈ ਵਿਸ਼ੇਸ਼ ਤੌਰ ਤੇ ਸੰਗਤ ਇਕੱਠੀ ਹੁੰਦੀ ਹੈ, ਫਿਰ ਗੁਰੂ ਸਾਹਿਬ ਤੋਂ ਹੁਕਮਨਾਮਾ ਲੈਂਦੀ ਹੈ। ਅਸੀਂ ਵਿਸ਼ੇਸ਼ ਤੌਰ ਤੇ ਫਿਰ ਹੁਕਮਨਾਮਾ ਸਾਹਿਬ ਲਵਾਂਗੇ, ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਾਨੂੰ ਹੁਕਮ ਆਇਆ ਉਸ ਪ੍ਰੋਗਰਾਮ ਦਾ ਐਲਾਨ ਅਸੀਂ ਉਸ ਤੋਂ ਬਾਅਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮੱਗਰ ਸਿੰਘ ਜੋਧਪੁਰੀ। ਅੱਜ ਤੁਸੀਂ ਮੀਟਿੰਗ ਰੱਖੀ ਆ, ਉਹਦਾ ਸੰਬੰਧ ਚ ਦਿਓ ਜਾਣਕਾਰੀ। ਉਹ ਅਸੀਂ ਅੱਜ ਰੱਖੀ ਆ, ਇੱਕ ਤਾਂ ਵੀ ਮੀਡੀਆ ਨੂੰ ਦੱਸੀਏ, ਸਾਡਾ ਮੀਡੀਆ 'ਚ ਆਵੇ। ਇੱਕ MLA ਨੂੰ ਅਸੀਂ ਮਿਲਣਾ ਸੀਗਾ, ਇੱਕ ਅਸੀਂ ਆਪਦੀ ਸਵਾਹ ਜਿਹੜੀ ਤਿਆਰ ਕਰਨੀ ਸੀਗੀ ਸੁਸਾਇਟੀ, ਉਹਦਾ ਨੀਂਹ ਪੱਥਰ ਰੱਖਣਾ ਸੀ। ਅੱਜ ਰੱਖਿਆ ਤਾਂ ਅਸੀਂ ਪਹਿਲਾਂ ਸੀਗਾ, ਉਹਨੂੰ ਦਰਜ ਕਰਾਉਣਾ ਸੀਗਾ, ਰਜਿਸਟਰਡ ਕਰਾਉਣ ਵਾਸਤੇ ਅਸੀਂ ਅੱਜ ਮੀਟਿੰਗ ਰੱਖੀ ਸੀ। ਵੀ ਸਾਰਿਆਂ ਦੇ ਪ੍ਰੂਫ ਲੈ ਕੇ ਅਸੀਂ ਇਕੱਠੇ ਕਰ ਲਏ ਪ੍ਰੂਫ। ਹੁਣ ਅਸੀਂ 15 ਦਿਨਾਂ ਦੇ ਵਿੱਚ ਆਪਦੀ ਇਹ ਪੱਕੀ ਸੁਸਾਇਟੀ ਸਾਡੀ ਸਭਾ ਬਣ ਜਾਣੀ ਆ। ਫਿਰ ਅਸੀਂ ਅਗਲੇ ਪ੍ਰੋਗਰਾਮ ਜਿਹੜੇ ਆ ਦੇਵਾਂਗੇ ਗੌਰਮੈਂਟ ਨੂੰ। ਅੱਜ MLA ਨੂੰ ਮਿਲਾਂਗੇ, ਉਹਨੂੰ ਮੰਗ ਪੱਤਰ ਦੇਵਾਂਗੇ ਵੀ ਸਾਡਾ ਪਹਿਲਾਂ ਜਿਹੜਾ ਕੇਸ ਚੱਲ ਰਿਹਾ ਉਹ ਕਿੱਥੇ ਚੱਲ ਰਿਹਾ। ਸਾਨੂੰ ਹੁਣ ਤਾਈਂ 2.5 ਸਾਲ ਹੋ ਗਏ ਆ ਦੂਜਿਆਂ ਨੂੰ ਪੈਸੇ ਦਿੱਤਿਆਂ ਨੂੰ, ਸਾਨੂੰ ਹਜੇ ਤਾਈਂ ਇੱਕ ਪੈਸਾ ਨਹੀਂ ਦਿੱਤਾ ਹੈਗਾ। ਤੁਸੀਂ ਸਰ ਜੋ ਆਪਣੀ ਸ਼ੁਰੂ ਤੋਂ ਕਾਰਵਾਈ ਨੇ ਸਾਰੀ ਗੱਲਬਾਤ ਪੂਰੀ ਦੱਸੋ ਵੀ ਕੀ ਕਾਰਨ ਸੀ? ਅਸੀਂ 1984 'ਚ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਤੋਂ ਜੋ ਘਿਰਾ ਪਿਆ, ਉਦੋਂ ਅਸੀਂ ਉੱਥੋਂ ਗ੍ਰਿਫਤਾਰ ਹੋਏ ਸੀ ਸਾਰੇ 365 ਸਿੰਘ। ਹੋਏ ਤਾਂ ਜ਼ਿਆਦਾ ਸੀਗੇ। 365 ਸਿੰਘਾਂ ਨੂੰ ਜੋਧਪੁਰ ਜੇਲ੍ਹ 'ਚ NSA ਲਾ ਕੇ ਨਜ਼ਰਬੰਦ ਕੀਤਾ ਗਿਆ ਸੀਗਾ। ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਲੈ ਗਏ ਸੀਗੇ, ਜਿੱਥੇ ਕੋਈ ਮੁਲਾਕਾਤ ਵੀ ਨਹੀਂ ਸੀ ਕਰ ਸਕਦਾ ਘਰ ਦਾ। ਉੱਥੇ ਸਾਨੂੰ ਉਹਨਾਂ ਨੇ ਉਹੋ ਜਿਹੇ ਤਸੀਹੇ ਦਿੱਤੇ, ਉਹ ਜਿਹਾ ਖਾਣੇ ਦਿੱਤੇ ਜਿਹੜੇ ਕਿ ਸਾਨੂੰ ਬਿਮਾਰ ਕਰਨ ਦੇ ਸਾਧਨ ਸੀਗੇ ਸਾਰੇ। ਕੋਈ ਚੱਜ ਦਾ ਪਾਣੀ ਨਹੀਂ, ਕੋਈ ਚੱਜ ਦੀ ਰੋਟੀ ਨਹੀਂ, ਕੋਈ ਚੱਜ ਦੀ ਦਾਲ ਸਬਜ਼ੀ ਨਹੀਂ। ਜਾਣੀ ਅਸੀਂ ਜਿਹੜੇ ਉੱਥੇ 4.5 ਸਾਲ ਅਸੀਂ ਉੱਥੇ ਗੁਜ਼ਾਰੇ ਆ, ਉਹ ਸਾਨੂੰ ਪਤਾ ਵੀ ਕਿਵੇਂ ਗੁਜ਼ਾਰੇ ਆ। ਉੱਥੇ ਸਾਰਿਆਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ, ਕਿਉਂਕਿ ਉਹਨਾਂ ਦਾ ਗੌਰਮੈਂਟ ਦਾ ਸਾਡੇ ਨਾਲ ਸੀ ਵੀ ਇਹ ਅੱਤਵਾਦੀ ਆ ਜੀ, ਇਹ ਤਾਂ ਇੰਟਰਨੈਸ਼ਨਲ ਲੈਵਲ ਦੇ ਅੱਤਵਾਦੀ ਆ। ਕਿਉਂਕਿ ਗੌਰਮੈਂਟ ਨੇ ਉਦੋਂ ਜਦੋਂ ਟੈਂਕ ਚੜਾਏ ਆ ਦਰਬਾਰ ਸਾਹਿਬ, ਤੋਪਾਂ ਬੀੜੀਆਂ, ਉਦੋਂ ਬਾਅਦ ਗ੍ਰਿਫਤਾਰ ਸਾਨੂੰ ਕੀਤਾ। ਇਸ ਕਰਕੇ ਜਦੋਂ ਉੱਥੇ 5 ਸਾਲ ਬਾਅਦ ਸਾਡੇ 'ਤੇ ਕੋਈ ਉਹਨਾਂ ਦਾ ਕੇਸ ਨਾ ਬਣਿਆ, ਫਿਰ ਉਹਨਾਂ ਨੂੰ ਇੱਜ਼ਤ ਵਰੀ ਰਿਆ ਕਰਨਾ ਪਿਆ। ਉਹਦਾ ਕੇਸ ਚੱਲਦੇ ਨੂੰ ਸਾਡੇ ਨੂੰ 35 ਸਾਲ ਹੋ ਗਏ ਸੀ। 35 ਸਾਲਾਂ ਬਾਅਦ ਸੈਸ਼ਨ ਕੋਰਟ ਨੇ 40 ਬੰਦਿਆਂ ਦਾ ਫੈਸਲਾ ਦੇ ਦਿੱਤਾ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੂੰ 40 ਬੰਦਿਆਂ ਨੂੰ ਪੰਜਾਬ ਗੌਰਮੈਂਟ ਨੇ ਅੱਧਾ ਦਿੱਤਾ, ਅੱਧਾ ਸੈਂਟਰ ਗੌਰਮੈਂਟ ਨੇ ਦਿੱਤਾ। ਕਿਸੇ ਨੂੰ 10 ਲੱਖ ਰੁਪਈਆ, ਕਿਸੇ ਨੂੰ 11 ਲੱਖ ਰੁਪਈਆ, ਕਿਸੇ ਨੂੰ 12 ਲੱਖ ਰੁਪਈਆ। ਇਸ ਤਰ੍ਹਾਂ ਮੁਆਵਜ਼ਾ 40 ਬੰਦਿਆਂ ਨੂੰ ਮਿਲ ਚੁੱਕਿਆ। ਪੰਜਾਬ ਦੇ ਮੁੱਖ ਮੰਤਰੀ ਨੇ ਉਸ ਦਿਨ ਪੰਜਾਬ ਭਵਨ ਵਿੱਚ ਬੁਲਾ ਕੇ ਸਾਰਿਆਂ ਨੂੰ ਉੱਥੇ ਇਹ ਮੁਆਵਜ਼ਾ ਦਿੱਤਾ ਅਤੇ ਐਲਾਨ ਕੀਤਾ ਵੀ ਜਿਹੜੇ 325 ਬੰਦੇ ਰਹਿ ਗਏ ਆ ਉਹਨਾਂ ਨੂੰ ਮੈਂ ਛੇਤੀ ਤੋਂ ਛੇਤੀ ਮੁਆਵਜ਼ਾ ਦੇਵਾਂਗਾ। ਪਰ 2.5 ਸਾਲ ਹੋ ਚੱਲੇ ਆ। ਉਸ ਤੋਂ ਬਾਅਦ ਅਸੀਂ ਲਿਖ ਕੇ ਵੀ ਦਿੱਤਾ, ਮੁੱਖ ਮੰਤਰੀ ਨੂੰ ਮਿਲੇ ਵੀ ਆ, ਫਿਰ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਮੈਂ ਦੇਵਾਂਗਾ, ਅਤੇ ਹਜੇ ਤਾਈਂ ਦਿੱਤਾ ਹੈ ਨਹੀਂ ਗਾ ਕਿਸੇ ਨੂੰ ਪੈਸਾ। ਕੋਈ ਲਿਸਟਾਂ ਵੀ ਸਾਤੋਂ ਲੈ ਲਈਆਂ ਵੀ ਹਾਂ ਸਾਨੂੰ ਇਹ ਦੱਸੋ ਜੀ ਕਿੰਨੇ ਜਿਉਂਦੇ ਆ ਕਿੰਨੇ ਮਰੇ ਆ, ਉਹ ਵੀ ਅਸੀਂ ਲਿਸਟਾਂ ਭੇਜਤੀਆਂ, ਸਾਰੇ ਜ਼ਿਲ੍ਹਿਆਂ ਤੋਂ ਵੀ ਮੰਗਾ ਲਈਆਂ। ਪਰ ਹਜੇ ਸਾਨੂੰ ਗੌਰਮੈਂਟ ਨੇ, ਨਾ ਸੈਂਟਰ ਨੇ ਨਾ ਪੰਜਾਬ ਗੌਰਮੈਂਟ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਅਸੀਂ ਇਹ ਪੁਰਜ਼ੋਰ ਮੰਗ ਕਰਦੇ ਹਾਂ ਪੰਜਾਬ ਗੌਰਮੈਂਟ ਤੋਂ ਅਤੇ ਸੈਂਟਰ ਗੌਰਮੈਂਟ ਤੋਂ।
ਉਹ ਛੇਤੀ ਤੋਂ ਛੇਤੀ ਇਹਨਾਂ ਸਿੰਘਾਂ ਨੂੰ ਇਹਨਾਂ ਦਾ ਬਣਦਾ ਜਿਹੜਾ ਜਮਹੂਰੀ ਹੱਕ ਆ ਕੋਰਟ ਦੇ ਫੈਸਲੇ ਦੇ ਮੁਤਾਬਕ ਇਹਨਾਂ ਨੂੰ ਦਿੱਤਾ ਜਾਵੇ, ਕਿਉਂਕਿ ਇਹਨਾਂ ਦਾ ਜਮਹੂਰੀ ਹੱਕ ਬਣਦਾ। ਕੋਰਟ ਦੇ ਫੈਸਲੇ ਹੋਏ ਆ। ਸਾਡਾ 365 ਬੰਦਿਆਂ ਦਾ ਇੱਕੋ ਕੇਸ ਸੀ, ਇੱਕੋ ਜੇਲ੍ਹ ਸੀਗੇ, ਕੋਈ ਵੱਖਰਾ ਵੱਖਰਾ ਕੋਈ ਕੇਸ ਨਹੀਂ ਸੀਗਾ। ਸਾਰੇ ਜੋਧਪੁਰ ਵਾਲਿਆਂ ਦਾ ਇੱਕੋ ਕੇਸ ਆ। ਇਹਨਾਂ ਦਾ ਕੀ ਆ ਵੀ ਕਈ ਗਰੀਬੀ ਦਾ ਕਰਕੇ ਕੇਸ ਨਹੀਂ ਕਰ ਸਕੇ, ਕੋਰਟ ਫੀਸ ਨਹੀਂ ਲਾ ਸਕੇ, ਕਈ ਗੌਰਮੈਂਟ ਨੇ ਡਿਸਮਿਸ ਜਾਣ ਕੇ ਕਰਤੇ ਸੀ ਕੇਸ। ਉਹ ਹਾਈ ਕੋਰਟ ਨੇ ਫੈਸਲਾ ਦਿੱਤਾ ਵੀ ਸਾਰੇ ਹੀ ਜਿੰਨੇ ਇੱਕ ਤੇ ਵਾਢਿਓ ਆ ਵੀ ਉਹ ਕੇਸ ਦੁਬਾਰੇ ਕਰ ਸਕਦੇ ਆ। ਉਹ ਹਾਈ ਕੋਰਟ 'ਚ ਹੋ ਗਿਆ ਕੇਸ। ਪਹਿਲਾਂ ਸੈਂਟਰ ਨੇ ਇਹ 'ਤੇ objection ਲਾਇਆ ਸੀਗਾ ਵੀ ਇਹਨਾਂ ਚਿਰ ਬਾਅਦ ਇਹ ਕੇਸ ਨਹੀਂ ਕਰ ਸਕਦੇ। ਉਹ ਕੇਸ ਦੀ ਮਨਜ਼ੂਰੀ ਵੀ ਮਿਲ ਗਈ ਆ, ਸਾਰਿਆਂ ਦਾ ਕੇਸ ਲੱਗ ਗਿਆ। ਹੁਣ ਜਿਹੜੇ ਬੰਦੇ ਰਹਿੰਦੇ ਸੀਗੇ, ਹੁਣ ਸਾਡਾ ਇਹ ਆ ਵੀ ਗੌਰਮੈਂਟ ਛੇਤੀ ਤੋਂ ਛੇਤੀ, ਪੰਜਾਬ ਗੌਰਮੈਂਟ ਵੀ ਆਪਦਾ ਹੱਕ ਦੇਵੇ, ਹਿੱਸਾ ਬਣਦਾ ਜਿਹੜਾ ਸੈਂਟਰ ਦਾ ਬਣਦਾ ਉਹ ਆਪਦਾ ਹਿੱਸਾ ਦੇਵੇ। ਇਸ ਸੰਬੰਧ ਵਿੱਚ ਤੁਸੀਂ ਅੱਜ ਕਿਸੇ ਨੂੰ ਮੰਗ ਪੱਤਰ ਵੀ ਦੇਣਾ ਜੀ? ਹਾਂ, ਅਸੀਂ ਐਮਐਲਏ ਨੂੰ ਮੰਗ ਪੱਤਰ ਦੇ ਰਹੇ ਹਾਂ, ਹਰਜੋਤ ਕਮਲ ਨੂੰ। ਹਾਂ, ਅਸੀਂ ਅੱਗੇ ਵੀ ਦਿੱਤਾ ਸੀ ਉਹਨੂੰ। ਉਹਦੇ ਰਾਹੀਂ ਸਾਨੂੰ ਸਾਡਾ ਜਿਹੜਾ ਕੇਸ ਆ ਉਹ ਆਪਣਾ ਮੁੜ ਸੇਵਾ ਕਮੇਟੀ ਕੋਲੇ ਪਹੁੰਚ ਗਿਆ ਸੀਗਾ। ਮੁੜ ਸੇਵਾ ਕਮੇਟੀ ਤੋਂ ਸਾਨੂੰ ਪੱਤਰ ਵੀ ਆ ਗਏ ਸੀਗੇ ਕਿ ਤੁਹਾਡਾ ਕੇਸ ਆ ਜਿਹੜਾ ਵਿਚਾਰਧੀਨ ਚੱਲ ਰਿਹਾ। ਆ ਕਰੋਨਾ ਦਾ ਕੇਸ ਹੋਣੇ ਕਰਕੇ ਤੇ ਉਹ ਕੰਮ ਸਾਡਾ ਠੱਪ ਹੋ ਗਿਆ। ਹਾਈ ਕੋਰਟ 'ਚ ਵੀ ਸਾਡਾ ਬਹਿਸ 'ਤੇ ਗਿਆ ਵਾ ਕੇਸ, ਕੋਈ ਆਏ ਨਹੀਂ ਗਾ ਵੀ ਥੱਲੇ ਹੀ ਆ ਹਜੇ ਫਿਰਦਾ, ਉਹ ਬਹਿਸ 'ਤੇ ਆ। ਜਿੱਦੇ ਤੁਸੀਂ ਕੇਸ ਕੀਤਾ ਜੀ, ਇਹ ਕੈਪਟਨ ਸਾਹਿਬ ਨੇ ਜਿਹੜਾ ਐਲਾਨ ਕੀਤਾ ਸੀ ਬਾਕੀ ਸਿੰਘਾਂ ਨੂੰ ਜਲਦੀ ਪੈਸੇ ਦੇਣਾ, ਹਾਂ, ਉਸ ਤੋਂ ਬਾਅਦ ਕੀਤਾ ਜੀ? ਉਸ ਤੋਂ ਬਾਅਦ ਕੀਤਾ, ਕਿਉਂਕਿ ਅਸੀਂ ਸਵਾ ਸਾਲ ਡਿੱਕਿਆ ਸੀ ਕੈਪਟਨ ਨੂੰ। ਉਸ ਤੋਂ ਬਾਅਦ ਫਿਰ ਅਸੀਂ ਕੇਸ ਕੀਤੇ ਆ। ਤੁਸੀਂ ਦੁਬਾਰਾ ਕੋਸ਼ਿਸ਼ ਨਹੀਂ ਕੀਤੀ ਜੀ ਉਹਨਾਂ ਨੂੰ ਮਿਲਣ ਦੀ? ਮਿਲਣ ਦੀ ਕੀਤੀ ਸੀ, ਹੁਣ ਕਰੋਨਾ ਲੱਗ ਗਿਆ ਸੀ, ਉਹ ਤੋਂ ਪਹਿਲਾਂ ਮਿਲਦੇ ਸੀਗੇ, ਹੁਣ ਫਿਰ ਮਿਲਿਆ ਨਹੀਂ ਗਿਆਗਾ। ਹੁਣ ਫਿਰ ਸਾਡਾ ਇਰਾਦਾ ਵੀ ਹੁਣ ਕਿਉਂ ਗੌਰਮੈਂਟ ਦਾ ਟਾਈਮ ਥੋੜ੍ਹਾ ਰਹਿ ਗਿਆ ਵੀ ਹੁਣ ਆਪਾਂ ਵੀ ਚਲੋ ਫਿਰ ਰੌਲਾ ਪਾਈਏ। ਆਪਾਂ ਵੀ ਜਦ ਦੂਜੇ ਮੁਜ਼ਾਹਰਾ ਕਰੀ ਜਾਂਦੇ ਅਸੀਂ ਵੀ ਕਰ ਸਕਦੇ ਹਾਂ, ਸਾਡਾ ਜਮਹੂਰੀ ਹੱਕ ਬਣਦਾ। ਅਸੀਂ ਇਸ ਕਰਕੇ ਹੁਣ ਇਹ ਇਕੱਠੇ ਹੋਣ ਲੱਗੇ ਹਾਂ ਫਿਰ ਵੀ ਆਪਾਂ ਇਕੱਠੇ ਹੋ ਕੇ ਫਿਰ ਆਪਾਂ ਹੰਭਲਾ ਮਾਰੀਏ। ਨਾਲ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਜਿਵੇਂ ਸ਼੍ਰੋਮਣੀ ਕਮੇਟੀ ਨੇ ਸੈਂਕੜਿਆਂ ਦੀ ਗਿਣਤੀ 'ਚ ਮਹਾਰਾਜ ਦੇ ਸਰੂਪ ਕਰਤੇ ਆ, ਉਹ ਖਬਰਾਂ ਕਿੱਥੇ ਗਏ ਆ? ਸ਼੍ਰੋਮਣੀ ਕਮੇਟੀ ਤਾਂ ਇੰਨੀ ਗਲਕ ਚੁੱਕੀ ਆ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੀੜਾ ਹੀ ਪੂਰੀਆਂ ਦੇ ਪੂਰੀਆਂ ਸੈਂਕੜਿਆਂ ਦੇ ਹਿਸਾਬ ਨਾਲ 400-500 ਕੈਨੇਡਾ ਦੇ ਖਰਾਬ ਕਰਤੀ ਆ, 300 ਇੱਥੇ ਕਰਤੀ ਆ। ਇਸ ਦਾ ਯਾਨੀ ਵੀ ਹੁਣ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਤਾਂ ਹੀ ਨਾਲ ਵੋਟ ਆ ਲਿਆ। ਇਹਦਾ ਛਤਰ ਛਾਇਆ ਹੇਠ ਅਸੀਂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੀ ਯੁੱਧ ਮੋਰਚੇ 'ਚ ਗਏ ਸੀਗੇ। ਹੁਣ ਵੀ ਅਸੀਂ ਇਸੇ ਛਤਰ ਛਾਇਆ ਹੇਠ ਗੁਰੂ ਦੀ ਇਹ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਲੱਗੇ ਹਾਂ। ਗਾ ਮਹਾਰਾਜ ਨੇ ਸਫਲਤਾ ਦੇਣੀ ਆ ਸਾਨੂੰ ਭਰੋਸਾ ਉੱਤੇ ਵੀ ਸਾਨੂੰ 101% ਸਫਲਤਾ ਮਿਲੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮਐਲਏ ਸਾਹਿਬ, ਜੋਧਪੁਰੀ ਸਿੰਘਾਂ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਜੀ, ਇਸ ਸੰਬੰਧ ਕੀ ਕਹਿਣਾ ਚਾਹੋਗੇ? ਇਹਦੇ 'ਚ ਬਹੁਤ ਸਾਰੇ ਉਹ ਸਾਡੇ ਸਾਥੀ ਹੈ ਜਿਨ੍ਹਾਂ ਨੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਕਹਿਣ 'ਤੇ ਇਹਨਾਂ ਨੇ ਅੱਜ ਮੈਨੂੰ ਮੰਗ ਪੱਤਰ ਦਿੱਤਾ ਵੀ ਅਸੀਂ ਕੇਸ ਨਹੀਂ ਸੀ ਕੀਤਾ ਤੇ ਸਾਨੂੰ ਜਿਹੜਾ ਮੁੜ ਵਸੇਵਾ ਹੈਗਾ ਉਹ ਦਿੱਤਾ ਜਾਵੇ। ਕੁਝ ਲੋਕਾਂ ਨੂੰ ਉਹਦੇ 'ਚੋਂ ਮਿਲ ਗਿਆ ਸੀ। ਇਹ 350 ਜਿਹੜੇ ਆ ਉਹ ਰਹਿੰਦੇ ਆ। ਮੈਂ ਇਹਦੀ ਪਹਿਲਾਂ ਵੀ ਭੇਜਿਆ ਸੀਗਾ, ਪਰ ਕਰੋਨਾ ਕਰਕੇ ਸ਼ਾਇਦ ਵਿੱਚ ਹੀ ਕਿਸੇ ਪਾਸੇ ਹੋ ਗਿਆ। ਅੱਜ ਇਹਨਾਂ ਨੇ ਦੁਬਾਰਾ ਦਿੱਤਾ। ਮੈਂ ਆਪਣੇ ਵੱਲੋਂ ਨਾਲ ਡੀਓ ਲੈਟਰ ਲਾ ਕੇ ਤੇ ਮੁੱਖ ਮੰਤਰੀ ਸਾਹਿਬ ਨੂੰ ਭੇਜਦਾ। ਜੋ ਵੀ ਇਹਨਾਂ ਦਾ ਮੇਰੇ ਵੱਲੋਂ ਪੈਰਵਾਈ ਹੋਊਗੀ ਉਹ ਕਰਵਾ ਕੇ ਦੇਣਾ ਮੈਂ। ਔਰ ਮੈਂ ਵੀ ਚਾਹੁੰਦਾ ਕਿ ਜੇ ਇਹ ਲੋਕ ਜਿਹੜੇ ਸਰਕਾਰ ਦੇ ਮੂੰਹ ਵੱਲ ਦੇਖਦੇ ਆ, ਇਹਨਾਂ ਦੀ ਸਰਕਾਰ ਮਦਦ ਕਰ ਦੇਵੇ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਕਾਫੀ ਚਿਰ ਹੋ ਗਿਆ, ਬੜੇ ਲੰਬੇ ਸਮੇਂ ਤੋਂ ਬਹੁਤ ਬਜ਼ੁਰਗ ਹੋ ਗਏ ਵਿੱਚੋਂ ਕਈ ਤਾਂ ਮੈਂ ਹੁਣੇ ਹੀ ਭੇਜਦਾ ਇਹਨੂੰ ਬਣਾ ਕੇ। ਪ੍ਰਾਈਮ ਮੁੱਦੇ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ।